ਕਰਪਸ਼ਨ ਦੇ ਖਿਲਾਫ ਦ੍ਰਿੜਤਾ ਨਾਲ ਖੜੇ ਹੋਣ ਦੀ ਲੋੜ ਹੈ। ਵਾਜਿਬ ਹੈ ਕਿ ਕਰਪਸ਼ਨ ਹੈ ਜੀ। ਪਰ ਵਧੀ ਨਹੀਂ ਹੈ। ਇੱਥੇ ਲੋਕ ਫੋਕੀ ਸ਼ਾਨ ਤੇ ਟੌਰ ਲਈ ਹਰ ਕੁਝ ਕੰਮ ਕਰਦੇ। ਸਾਰੇ ਅਧਿਕਾਰੀ ਕਰਮਚਾਰੀ ਬਰਾਬਰ ਨਹੀਂ ਹਨ ਜੀ। ਬਹੁਤ ਸਾਰੇ ਅਧਿਕਾਰੀ ਕਰਮਚਾਰੀ ਇਮਾਨਦਾਰੀ ਨਾਲ ਔਰ ਤਨਦੇਹੀ ਨਾਲ ਕੰਮ ਕਰਦੇ ਆ, ਪਰ ਜਿੱਥੇ ਕਰਪਸ਼ਨ ਹੈ ਉੱਥੇ ਲੋਕਾਂ ਨੂੰ ਵੱਧ ਚੜ੍ਹ ਕੇ ਅੱਗੇ ਆਉਣਾ ਚਾਹੀਦਾ। ਅਸੀਂ ਆਪਣੇ ਕੰਪਲੇਨੈਂਟ ਦੀ ਹਰ ਤਰ੍ਹਾਂ ਦੀ ਪੈਰਵਾਈ ਕਰਦੇ ਹਾਂ, ਚਾਹੇ ਕਿਸੇ ਵੀ ਡਿਪਾਰਟਮੈਂਟ 'ਚ ਉਹਦਾ ਕੰਮ ਹੋਵੇ ਜਾਇਜ਼ ਕੰਮ ਲਈ, ਜਾਂ ਉਹਦੀ ਪ੍ਰੋਟੈਕਸ਼ਨ ਕਰਨੀ ਆ, ਜਾਂ ਉਹਨੂੰ ਅਸੀਂ ਸੁਰੱਖਿਆ ਦੇਣੀ ਆ। ਇਹ ਸਾਰੇ ਤਰ੍ਹਾਂ ਦੀਆਂ ਕਾਰਵਾਈਆਂ ਕਰਦੇ ਹਾਂ, ਇਸ ਕਰਕੇ ਬਿਲਕੁਲ ਬੇਝਿਜਕ ਹੋ ਕੇ ਸਾਡੇ ਆਫਿਸਿਸ ਵਿੱਚ ਆਉਣ। हेलो एवरीवन, यू वाचिंग ट्रू स्कूप एंड आई एम परना। करप्शन रेट की अगर मैं बात करूं तो मोस्ट करप्टेड स्टेट्स में से एक पंजाब है और पंजाब 6th रैंक पर आता है। साथ ही साथ अभी करप्शन यानी कि विजिलेंस अवेयरनेस वीक निकल के भी गया है, तो पंजाब को करप्शन फ्री स्टेट बनाने के लिए क्या क्या स्टेप्स लिए जा रहे हैं और क्या क्या प्लान्स हैं, इसके बारे में बात करने के लिए हमारे साथ जुड़ चुके हैं मिस्टर दलजिंदर सिंह ढिल्लों, PPS SSP विजिलेंस ब्यूरो जालंधर रेंज। बहुत बहुत स्वागत है आपका। धन्यवाद सर। जैसे कि मैंने अभी कहा कि विजिलेंस अवेयरनेस वीक निकल के गया है, राइट? सो क्या स्ट्रैटेजीज नई बनाई गई हैं? ਦੇਖੋ, ਪਹਿਲੇ ਦੀ ਗੱਲ ਤਾਂ ਇਹ ਸਮਝਣ ਦੀ ਲੋੜ ਆ ਕਿ ਵਿਜੀਲੈਂਸ ਅਵੇਅਰਨੈਸ ਵੀਕ ਇਕੱਲਾ ਪੰਜਾਬ ਦੇ ਵਿੱਚ ਹੀ ਨਹੀਂ ਮਨਾਇਆ ਜਾਂਦਾ, ਇਹ ਥਰੂ ਆਊਟ ਇੰਡੀਆ ਹੈ ਜੀ। ਐਂਡ ਇਟ ਇਜ਼ ਅੰਡਰ ਦੀ ਗਾਈਡਲਾਈਨਸ ਆਫ ਸੈਂਟਰਲ ਵਿਜੀਲੈਂਸ ਕਮਿਸ਼ਨ ਇੰਡੀਆ। ਜੀ। ਉਹਦੀਆਂ ਇਹ ਗਾਈਡਲਾਈਨ ਜਾਰੀ ਕਰਦੇ ਆ, ਜਿਹਦੇ ਤਹਿਤ ਹਰ ਸਾਲ ਮਨਾਉਂਦੇ ਆ। ਔਰ ਇਸ ਦਿਨ ਕਿਉਂ ਸਪੈਸ਼ਲ ਆ, ਇਹ ਅਕਤੂਬਰ ਲਾਸਟ ਵੀਕ ਆਫ ਅਕਤੂਬਰ ਕਿਉਂ ਇਹ ਸਪੈਸ਼ਲ ਆ? ਕਿਉਂਕਿ 31 ਅਕਤੂਬਰ 1875 ਨੂੰ ਸਰਦਾਰ ਵੱਲਭ ਭਾਈ ਪਟੇਲ ਜੀ ਦਾ ਜਨਮ ਹੋਇਆ ਸੀ। ਉਹਨਾਂ ਦੇ ਜਨਮ ਦਿਨ ਦੇ ਨਾਲ ਇਹਨੂੰ ਜੋੜ ਕੇ ਜਿਹੜਾ ਹੈਗਾ ਵਿਜੀਲੈਂਸ ਅਵੇਅਰਨੈਸ ਵੀਕ ਮਨਾਇਆ ਜਾਂਦਾ, ਕਿਉਂਕਿ ਸਰਦਾਰ ਵੱਲਭ ਭਾਈ ਪਟੇਲ ਇੰਡੀਆ ਦੇ ਲੋਹ ਪੁਰਸ਼ ਸੀਗੇ ਔਰ ਉਹ ਦ੍ਰਿੜਤਾ ਦਾ ਪ੍ਰਤੀਕ ਸੀ। ਸੋ ਕਿਤੇ ਨਾ ਕਿਤੇ ਇਹ ਮੈਸੇਜ ਜਿਹੜਾ ਸਰਕਾਰ ਵੱਲੋਂ ਦਿੱਤਾ ਜਾਂਦਾ ਪਬਲਿਕ ਨੂੰ ਕਿ ਕਰਪਸ਼ਨ ਦੇ ਖਿਲਾਫ ਦ੍ਰਿੜਤਾ ਨਾਲ ਖੜੇ ਹੋਣ ਦੀ ਲੋੜ ਹੈ। ਸੋ ਉਹਨਾਂ ਦੇ ਜਨਮ ਦਿਨ ਦੇ ਯਾਦ ਦੇ ਵਿੱਚ ਇਹ ਮਨਾਇਆ ਜਾਂਦਾ ਹੈ। ਦੂਸਰਾ, ਤੁਸੀਂ ਇਹ ਸਵਾਲ ਕੀਤਾ ਕਿ ਨਵੀਆਂ ਪਲੈਨਿੰਗਸ, ਨਵੀਂ ਸਟ੍ਰੈਟਜੀ ਕੀ ਆ। ਦੇਖੋ, ਜਿਹੜੀ ਕਰਪਸ਼ਨ ਹੈ ਉਹਦੇ ਬਾਰੇ ਤੁਸੀਂ ਪਹਿਲਾਂ ਬਹੁਤ ਜ਼ਿਆਦਾ ਇਹ ਕਹਿ ਲਓ ਕਿ ਆਪਾਂ ਉਹਦੇ ਬਾਰੇ ਸੋਚ ਕੇ ਕੁਝ ਪਲਾਨ ਕਰ ਲਈਏ ਕਿ ਕੱਲ੍ਹ ਨੂੰ ਕਰਪਸ਼ਨ ਕਿਸ ਤਰੀਕੇ ਨਾਲ ਹੋਏਗੀ, ਸੰਭਵ ਨਹੀਂ ਹੈ। ਜੋ ਕਮਿੰਗ ਸਿਨੈਰੀਓ ਜੋ ਤੁਹਾਡੇ ਸਾਹਮਣੇ ਆ ਰਿਹਾ ਜਾਂ ਕੁਝ ਦਿਨਾਂ ਵਿੱਚ ਵੀ ਹੁੰਦਾ ਆ, ਤੁਸੀਂ ਉਹਦੇ ਬਾਰੇ ਪਲੈਨਿੰਗ ਕਰਦੇ ਆ। ਸੋ ਪਲੈਨਿੰਗ ਸਾਡੀ ਕੰਟੀਨਿਊਸਲੀ ਚੱਲਦੀ ਰਹਿੰਦੀ ਆ ਔਰ ਅਸੀਂ ਉਮੀਦ ਕਰਦੇ ਹਾਂ ਕਿ ਸਾਡੇ ਪਾਸ ਵੱਧ ਤੋਂ ਵੱਧ ਜਨਤਾ, ਵੱਧ ਤੋਂ ਵੱਧ ਪਬਲਿਕ ਸਾਡੇ ਪਾਸ ਆਵੇ ਔਰ ਇਹ ਸ਼ਿਕਾਇਤ ਕਰੇ ਕਿ ਅਸੀਂ ਇਸ ਕਰਪਟ ਕਰਮਚਾਰੀ ਜਾਂ ਅਧਿਕਾਰੀ ਤੋਂ ਤੰਗ ਆ। ਜੀ। ਇੱਥੇ ਮੈਂ ਥੋੜਾ ਜਿਹਾ ਕਲੀਅਰ ਕਰ ਦੇਵਾਂ ਕਿ ਸਾਰੇ ਅਧਿਕਾਰੀ ਕਰਮਚਾਰੀ ਬਰਾਬਰ ਨਹੀਂ ਹਨ। ਜੀ। ਬਹੁਤ ਸਾਰੇ ਅਧਿਕਾਰੀ ਕਰਮਚਾਰੀ ਇਮਾਨਦਾਰੀ ਨਾਲ ਔਰ ਤਨਦੇਹੀ ਨਾਲ ਕੰਮ ਕਰਦੇ ਆ, ਪਰ ਜਿੱਥੇ ਕਰਪਸ਼ਨ ਹੈ ਉੱਥੇ ਲੋਕਾਂ ਨੂੰ ਵੱਧ ਚੜ੍ਹ ਕੇ ਅੱਗੇ ਆਉਣਾ ਚਾਹੀਦਾ। ਔਰ ਵਿਜੀਲੈਂਸ ਬਿਊਰੋ ਹੀ ਅਜਿਹਾ ਅਦਾਰਾ ਹੈ ਸਾਡਾ, ਜਿਹੜਾ ਇਨਵੈਸਟੀਗੇਸ਼ਨ ਏਜੰਸੀ ਹੈ ਗਵਰਨਮੈਂਟ ਦੀ, ਜਿਹੜੀ ਕਿ ਪ੍ਰੀਵੈਂਸ਼ਨ ਆਫ ਕਰਪਸ਼ਨ ਐਕਟ ਦੇ ਅਧੀਨ ਅਪਰਾਧਿਕ ਗਤੀਵਿਧੀਆਂ, ਜਿਹਨੂੰ ਅਸੀਂ ਕਹਿ ਸਕਦੇ ਹਾਂ ਕਿ ਜਿਹੜੀ ਭ੍ਰਿਸ਼ਟਾਚਾਰ ਦੀਆਂ ਗਤੀਵਿਧੀਆਂ, ਅਪਰਾਧਿਕ ਗਤੀਵਿਧੀਆਂ, ਉਹਦੇ ਖਿਲਾਫ ਮੁਕੱਦਮਾ ਦਰਜ करके इन्वेस्टिगेशन करती है। राइट। तो जैसे कि आपने कहा कि फ्यूचर प्लान्स नहीं करते हैं, साथ साथ हम प्लान करते हैं, तो अभी करंट प्लानिंग की मैं अगर बात करूँ तो क्या स्टेप्स लिए जा रहे हैं अभी फिलहाल के लिए कि करप्शन जो है वो कम हो? देखो, इस वक्त ਅਸੀਂ ਪਬਲਿਕ ਨੂੰ ਜਾਗਰਿਤ ਕਰ ਰਹੇ ਹਾਂ, ਕਿਉਂਕਿ ਸਾਡੇ ਕੋਲ ਪਬਲਿਕ ਦਾ ਜਿਹੜਾ ਕਹਿ ਲਓ ਕਿ ਸਾਡੇ ਕੋਲ ਆਮਦ ਹੈਗੀ ਪਬਲਿਕ ਦੀ ਬੜੀ ਸਿਲੈਕਟਿਵ ਆ। ਜੀ। ਸਿਲੈਕਟਿਵ ਇਨ ਦੀ ਸੈਂਸ ਕਿ ਸਾਡੇ ਕੋਲ ਸਮਾਜ ਦਾ ਉਹ ਵਰਗ ਸਾਡੇ ਕੋਲ ਆ ਰਿਹਾ ਹੈਗਾ ਜਿਹੜਾ ਜਿਹਨੂੰ ਕਹਿ ਸਕਦੇ ਕਿ ਲੋਅਰ ਮਿਡਲ ਕਲਾਸ ਜਾਂ ਮਿਡਲ ਕਲਾਸ ਜਾਂ ਹੇਠਲਾ ਤਬਕਾ, ਜਿਹੜਾ ਕਰਪਸ਼ਨ ਤੋਂ, ਕਿਸੇ ਦਫ਼ਤਰ ਤੋਂ, ਕਿਸੇ ਅਧਿਕਾਰੀ ਕਰਮਚਾਰੀ ਤੋਂ ਦੁਖੀ ਹੋ ਕੇ ਵਿਜੀਲੈਂਸ ਬਿਊਰੋ ਪਾਸ ਆ ਕੇ ਸ਼ਿਕਾਇਤ ਕਰਦਾ। ਸੋ ਜਿਹੜੀ ਸਾਡੀ ਪਲੈਨਿੰਗ ਆ ਉਹ ਇਹ ਆ ਕਿ ਇਹਨਾਂ ਨੂੰ ਤਾਂ ਐਡਰੈਸ ਕਰਨਾ ਹੀ ਹੈ, ਕਿਉਂਕਿ ਇਹ ਸਾਡੀ ਆਮ ਜਨਤਾ। ਜੀ। ਉਸ ਤੋਂ ਉੱਪਰ ਵਾਲੀ ਕੈਟਾਗਰੀ ਹਾਇਰ ਮਿਡਲ ਕਲਾਸ ਤੇ ਜਾਂ ਕ੍ਰੀਮੀ ਲੇਅਰ ਕਹਿ ਸਕਦੇ, ਬਹੁਤ ਅਮੀਰ ਆਦਮੀ ਜਿਹੜੇ ਹੈਗੇ ਆ, ਸਾਡੇ ਤਜਰਬੇ ਮੁਤਾਬਕ ਉਹ ਇੱਕ ਵੀ ਕੰਪਲੇਨਟ ਨਹੀਂ ਹੈ ਇਸ ਵੇਲੇ। ਓਕੇ। ਯੂ ਵਿਲ ਬੀ ਅਮੇਜ਼ਡ ਕਿ ਸਾਡੇ ਕੋਲ ਬਹੁਤ ਘੱਟ ਤਾਦਾਦ
1% ਤੋਂ ਵੀ ਘੱਟ ਲੋਕ ਨੇ ਉਹ। ओके। ਸੋ ਬੜੀ ਹੈਰਾਨੀ ਦੀ ਗੱਲ ਆ, ਕਿਆ ਉਹ ਜਿਹੜੀ ਅਪਰ ਮਿਡਲ ਕਲਾਸ ਆ ਜਾਂ ਜਿਹਨੂੰ ਕਹਿ ਸਕਦੇ ਕਰੀਮੀ ਲੇਅਰ ਉੱਪਰ ਵਾਲੀ ਆ ਜਾਂ ਬਹੁਤ ਅਮੀਰ ਲੋਕ ਨੇ, ਉਹ ਜੇਕਰ ਲੋਅਰ ਮਿਡਲ ਕਲਾਸ ਨੂੰ ਜਾਂ ਹੇਠਲੇ ਤਬਕੇ ਨੂੰ ਉਸਦਾ ਆਰਥਿਕ ਤੌਰ ਤੇ ਜਿਹੜੇ ਪਛੜੇ ਹੋਏ ਆ ਉਹਨਾਂ ਨੂੰ ਫਰਕ ਪੈ ਰਿਹਾ ਕਰਪਸ਼ਨ ਤੋਂ ਕਿਸੇ ਨਾ ਕਿਸੇ ਜ਼ਰੀਏ, ਤੇ ਕਿਆ ਉੱਪਰ ਨਹੀਂ ਪੈ ਰਿਹਾ? ਇਸ ਦਾ ਅਸੀਂ ਕੀ ਅੰਦਾਜ਼ਾ ਲਗਾ ਸਕਦੇ ਹਾਂ ਕਿ ਉਹ ਸਾਡੇ ਕੋਲ ਐਜ਼ ਏ ਕੰਪਲੇਨੈਂਟ ਕਿਉਂ ਨਹੀਂ ਆ ਰਹੇ? ਸੋ ਸਾਡਾ ਫੋਕਸ, ਸਾਡਾ ਜਿਹੜੀ ਪਲੈਨਿੰਗ ਆ ਉਹਨਾਂ ਵਾਸਤੇ ਵੀ ਹੈ ਕਿ ਉਹ ਸਾਡੇ ਕੋਲ ਵੱਧ ਤੋਂ ਵੱਧ ਹੋਣ। ਜੋ ਮੈਂ ਸਮਝਦਾ ਹੈਗਾ ਕਿ ਇਹ ਜਿਹੜੀ ਕਲਾਸ ਹੈਗੀ ਆ, ਇਹ ਆਪਣਾ ਇਹ ਅੱਗੇ ਆਉਣ ਵਾਸਤੇ ਇਸ ਕਰਕੇ ਨਹੀਂ ਤਿਆਰ ਹੈਗੀ ਕਿਉਂਕਿ ਇਹਨਾਂ ਦੇ ਜਿਹੜੇ ਇਹਨਾਂ ਅਦਾਰਿਆਂ ਦੇ ਵਿੱਚ ਕੰਮ ਹੋਣ ਵਾਲੇ ਹੈਗੇ ਆ, ਉਹ ਕਿਤੇ ਨਾ ਕਿਤੇ ਜਿਹੜੇ ਹੈਗੇ ਆ ਉਹ ਆਪਣੇ ਤਰੀਕੇ ਨਾਲ ਮੈਨੇਜ ਹੋ ਰਹੇ ਆ। ਸੋ ਇਹਨਾਂ ਦੀ ਆਪਣੀ ਮੈਨੇਜਮੈਂਟ ਆ। ਸੋ ਮੈਂ ਚਾਹੁੰਦਾ ਕਿ ਇਹ ਵੀ ਕਲਾਸ ਜਿੱਥੇ ਕਿ ਇਹਨਾਂ ਨੂੰ ਵੱਡੇ ਪੱਧਰ ਤੇ ਉਹਦਾ ਨੁਕਸਾਨ ਹੋ ਸਕਦਾ ਕਰਪਸ਼ਨ ਦਾ, ਉਹ ਸਾਡੇ ਕੋਲ ਆਵੇ। राइट, आई एम रियली सरप्राइज्ड टू नो कि 1% लोग ही हैं 1% ਤੋਂ ਵੀ ਘੱਟ ਹੈ। ओके। 1% ਵੀ नहीं होंगे शायद। ओके जी। सो कारण मेन क्या लगता है आपको? कारण जो पहला कारण तो है स्वाभिमान, क्योंकि अपना ਜਿਹੜਾ ਉੱਤਰੀ ਭਾਰਤ ਹੈ ਇੱਥੇ ਲੋਕ ਫੋਕੀ ਸ਼ਾਨ ਤੇ ਟੌਰ ਲਈ ਹਰ ਕੁਝ ਕੰਮ ਕਰਦੇ ਆ। ਬਿਲਕੁਲ। ਫਿਰ ਝੂਠਾ ਸਵੈਮਾਨ ਬਹੁਤ ਆ ਲੋਕਾਂ ਦੇ ਵਿੱਚ ਜੀ ਕਿ ਮੈਂ ਫਲਾਨਾ ਆ ਤੇ ਮੈਂ ਆਫਿਸ ਕਿਉਂ ਜਾਵਾਂ, ਮੈਂ ਲਾਈਨ ਵਿੱਚ ਕਿਉਂ ਲੱਗਾ ਜੀ, ਜਿਹੜਾ ਕੰਮ ਮੈਨੂੰ ਪੈਸੇ ਦੇ ਕੇ ਤਸੱਲੀ ਦੇ ਕੇ ਹੋ ਰਹੀ ਆ ਉਹ ਸ਼ਾਇਦ ਜੇਕਰ ਆਮ ਜਿਹੜਾ ਹੈਗਾ ਕਰਮਚਾਰੀ ਜਾਂ ਅਧਿਕਾਰੀ ਉਹ ਆਪਣਾ ਨੈਤਿਕ ਜ਼ਿੰਮੇਵਾਰੀ ਸਮਝਦੇ ਹੋਏ ਕਰਦਾ ਤਾਂ ਵੀ ਮੈਨੂੰ ਲੱਗਦਾ ਕਿ ਉਸ ਪਾਸੇ ਜਾਣ ਨੂੰ ਤਿਆਰ ਨਹੀਂ ਹੈ। ਸੋ ਕਿਤੇ ਨਾ ਕਿਤੇ ਇਹ ਜ਼ਰੂਰ ਹੈ ਕਿਉਂਕਿ ਇਸ ਤੋਂ ਪਹਿਲਾਂ ਅਸੀਂ ਮੀਟਿੰਗਸ ਵੀ ਕੀਤੀਆਂ ਹੈਗੀਆਂ ਇਸ ਜਿਹੜਾ ਇਹ ਸਪੈਕਟਰਮ ਹੈ ਉਸ ਸਪੈਕਟਰਮ ਦੇ ਕੈਟਾਗਰੀ ਦੇ ਵਿਅਕਤੀਆਂ ਦੇ ਨਾਲ, ਔਰ ਸਾਨੂੰ ਅੱਜ ਤੱਕ ਕੋਈ ਰਿਸਪੌਂਸ नहीं मिला। ओके, सो वही सोसाइटी भी उतनी ही जिम्मेदार है करप्शन के लिए जितने अगर हम बाकियों को कहते हैं। बिल्कुल, ब्राइब दे रहे हैं। उपज जेकर ਆਪਾਂ ਕਹਿ ਰਹੇ ਕਿ ਕੋਈ ਅਧਿਕਾਰੀ ਕਰਮਚਾਰੀ ਕਰਪਸ਼ਨ ਕਰਦਾ ਹੈ ਤੇ ਉਹ ਕਰਪਸ਼ਨ ਦੀ ਸੋਚ ਉਤਪੰਨ ਕਿੱਥੋਂ ਹੋਈ ਆ? ਉਹ ਤਾਂ ਸੋਸਾਇਟੀ ਤੋਂ ਹੋਈ ਆ ਜੀ। ਸੋਸਾਇਟੀ ਨੇ ਹੀ ਆਪਣੇ ਬੱਚਿਆਂ ਨੂੰ ਉਹਨਾਂ ਦੇ ਦਿਮਾਗ ਵਿੱਚ ਇਸ ਤਰ੍ਹਾਂ ਇਨਕਲਕੇਟ ਕੀਤਾ ਹੈ ਕਿ ਤੁਸੀਂ ਜਾਓ ਔਰ ਪੈਸੇ ਤੋਂ ਬਗੈਰ ਬੇਟਾ ਕੰਮ ਨਹੀਂ ਹੋਣਾ ਤੇ ਤੁਸੀਂ ਕੁਝ ਪੈਸੇ ਲੈ ਦੇ ਕੇ ਜੇ ਤੁਹਾਡਾ ਕੰਮ ਹੁੰਦਾ ਕਰਵਾ ਲਓ। ਘਰ ਤੋਂ ਬਾਹਰ ਨਿਕਲਣ ਤੋਂ ਪਹਿਲਾਂ ਜੇਕਰ ਤੁਹਾਡਾ ਬੱਚਾ ਬਾਲਗ ਹੋ ਗਿਆ, ਉਹਨੇ ਕੋਈ ਗਵਰਨਮੈਂਟ ਕੋਲੋਂ ਕਿਸੇ ਵੀ ਦਫ਼ਤਰ ਫੈਸਿਲਿਟੀ ਲੈਣ ਜਾਣਾ ਔਰ ਆਪਾਂ ਖੁਦ ਉਸ ਬੱਚੇ ਨੂੰ ਇਸ ਗੱਲ ਲਈ ਪ੍ਰੇਰਿਤ ਕਰ ਦਿੰਦੇ ਆ ਕਿ ਉੱਥੇ ਜਾ ਕੇ ਕਿਸੇ ਬੰਦੇ ਨੂੰ ਲੱਭ ਲਈ ਕੰਮ ਕਰਾਉਣਾ ਹੋਇਆ। ਉਹ ਫਿਰ ਜਿਹੜਾ ਤੁਹਾਡਾ ਘਰ ਦਾ ਨੌਜਵਾਨ ਆ ਜਾਂ ਨੌਜਵਾਨ ਬੇਟੀ ਆ ਉਹ ਕਿਸੇ ਨਾ ਕਿਸੇ ਏਜੰਟ ਦੀ ਭਾਲ ਵਿੱਚ ਰਹਿੰਦੇ ਆ ਕਿ ਸਾਨੂੰ ਕੋਈ ਅਜਿਹਾ ਮਿਡਲਮੈਨ ਏਜੰਟ ਟਾਊਟ ਟਾਈਪ ਬੰਦਾ ਮਿਲ ਜਾਵੇ ਜਿਹੜਾ ਕਿ ਸਾਡਾ ਬਿਨਾਂ ਲਾਈਨ 'ਚ ਲੱਗਿਆ, ਬਿਨਾਂ ਕਿਸੇ ਖੇਚਲ ਤੋਂ, ਸਾਡੀ ਟਾਈਮ ਦੀ ਇਨਵੈਸਟਮੈਂਟ ਤੋਂ ਬਗੈਰ ਸਾਡਾ ਜਿਹੜਾ ਕੰਮ ਕਰਵਾ ਕੇ ਦੇਵੇ। ਸੋ ਇੱਕ ਅਸੀਂ ਉਹ ਸਾਰਾ ਕੁਝ ਇਕੱਠਾ ਕੀਤਾ ਹੋਇਆ ਆਸੇ ਪਾਸੇ ਜਿਹਦੇ ਵਿੱਚ ਅਸੀਂ এনवायरमेंट ਅਜਿਹਾ ਕ੍ਰੀਏਟ ਕਰ ਲਿਆ ਕਿ ਅਸੀਂ ਸਾਡੀ ਜਿਹੜੀ ਮਨੋਦਸ਼ਾ ਆ, ਸਾਡੀ ਜਿਹੜੀ ਮਾਨਸਿਕਤਾ ਆ वो पहले ही तैयार है कि ਅਸੀਂ पैसे दे के काम करवाना। राइट। सो आपको क्या लगता है कि अभी स्टैट्स की अगर मैं बात करूँ, आपके पास कुछ स्टैट्स हैं कि करप्शन अभी बढ़ रहा है या कम हुआ है? नहीं, करप्शन देखो ਜਿਹੜੀ ਆਪਾਂ ਜਿੰਨਾ ਕੁ ਅਸੀਂ ਦੇਖ ਰਹੇ ਹਾਂ ਇਹ ਤਾਂ ਵਾਜਿਬ ਹੈ ਕਿ ਕਰਪਸ਼ਨ ਹੈ ਜੀ, ਪਰ ਵਧੀ ਨਹੀਂ ਹੈ। ਓਕੇ। ਕਿਉਂਕਿ ਸਾਡੇ ਤੋਂ ਨੰਬਰ ਆਫ ਕੇਸਿਸ ਤੋਂ ਪਤਾ ਲੱਗਦਾ ਕਿ ਲੋਕ ਕਿੰਨੇ ਆ ਰਹੇ ਜਾਂ ਅਸੀਂ ਕਿਸ ਤਰ੍ਹਾਂ ਟਰੈਪ ਕਰਦੇ ਹਾਂ ਔਰ ਕਿਸ ਤਰ੍ਹਾਂ ਉਹਨੂੰ ਕਾਬੂ 'ਚ ਰੱਖਦੇ ਹਾਂ। ਸੋ ਜਿਹੜਾ ਪਿਛਲੇ ਕੁਝ ਸਾਲਾਂ ਤੋਂ ਅਸੀਂ ਦੇਖ ਰਹੇ ਹਾਂ ਉਹ ਕਰਪਸ਼ਨ ਦੇ ਵਿੱਚ ਵਾਧਾ ਨਹੀਂ ਹੋਇਆ, ਹਾਲਾਂਕਿ ਕੁਝ ਪ੍ਰਤੀਸ਼ਤ ਘਟੀ ਹੈ ਕਿਉਂਕਿ ਵਿਜੀਲੈਂਸ ਬਿਊਰੋ ਦਾ ਜਾਂ ਇਨਵੈਸਟੀਗੇਸ਼ਨ ਏਜੰਸੀਆਂ ਦਾ ਦਬਾਅ ਰਹਿੰਦਾ ਹੈ ਔਰ ਅਸੀਂ ਲੋਕਾਂ ਨੂੰ ਪ੍ਰੋਤਸਾਹਿਤ ਕਰਦੇ ਹਾਂ, ਵੱਧ ਤੋਂ ਵੱਧ ਪ੍ਰਮੋਟ ਕਰਦੇ ਹਾਂ ਕਿ ਤੁਸੀਂ ਸਾਡੇ ਪਾਸ ਆਓ। ਜਿੰਨੀ ਅਸੀਂ ਲੋਕਾਂ ਨੂੰ ਕਹਾਂਗੇ ਉਨਾ ਹੀ ਦਬਾਅ ਵਧੇਗਾ ਜੀ, ਜਿੰਨੇ ਲੋਕ ਸਾਡੇ ਕੋਲ ਆਉਣਗੇ। ਸੋ ਉਹਦੇ 'ਚ ਕੁਝ ਪ੍ਰਤੀਸ਼ਤ ਘਾਟਾ ਜ਼ਰੂਰ ਹੋਇਆ ਪਰ ਵਧਿਆ ਨਹੀਂ ਹੈ। ओके। और किस डिपार्टमेंट में ज़्यादा करप्शन है, तहसील या पुलिस? देखो ये कहना मुश्किल है, किसी भी डिपार्टमेंट वाल उंगल उठाना मैं समझदा ठीक नहीं है। ਜਿਹੜੇ ਮਹਿਕਮੇ ਪਬਲਿਕ ਨਾਲ ਡੀਲਿੰਗ ਕਰਦੇ हैं, डायरैक्ट डीलिंग करते हैं,
ਉਹ ਨੈਚੁਰਲੀ ਜੇ ਪਬਲਿਕ ਨਾਲ ਡਾਇਰੈਕਟ ਡੀਲਿੰਗ ਹੋਏਗੀ ਤਾਂ ਉੱਥੇ ਕਰਪਸ਼ਨ ਦੀ ਸ਼ਿਕਾਇਤ ਵੀ ਜ਼ਿਆਦਾ ਆਏਗੀ। ਸੋ ਜਿਹੜੇ ਡਿਪਾਰਟਮੈਂਟ ਪਬਲਿਕ ਨਾਲ ਸਿੱਧੇ ਤੌਰ ਤੇ ਡੀਲਿੰਗ ਕਰਦੇ ਆ ਉਹਨਾਂ ਦੇ ਖਿਲਾਫ ਸ਼ਿਕਾਇਤਾਂ ਵੀ ਜ਼ਿਆਦਾ ਨੇ। ਕਈ ਡਿਪਾਰਟਮੈਂਟ ਅਜਿਹੇ ਨੇ ਜਿੱਥੇ ਪਬਲਿਕ ਨਾਲ ਵਾਸਤਾ ਘੱਟ ਆ ਪਰ ਉੱਥੇ ਕਰਪਸ਼ਨ ਬੜੀ ਗੁੱਝੀ ਆ। ਸੋ ਇਹ ਕਿਸੇ ਇੱਕ ਡਿਪਾਰਟਮੈਂਟ ਬਾਰੇ ਕਹਿਣਾ ਇਹ ਗਲਤ ਹੋਏਗਾ, ਕਿਉਂਕਿ ਕਰਪਸ਼ਨ ਦੇ ਅਲੱਗ-ਅਲੱਗ ਤਰ੍ਹਾਂ ਦੇ ਪਹਿਲੂ ਨੇ। ਕਈ ਕਰਪਸ਼ਨ ਬਹੁਤ ਛੋਟੀ ਤਾਦਾਦ ਦੇ ਵਿੱਚ, ਬੜੇ ਛੋਟੇ ਅਮਾਊਂਟ ਦੇ ਵਿੱਚ, ਪਰ ਪਬਲਿਕ ਡੀਲਿੰਗ ਜ਼ਿਆਦਾ ਹੋਣ ਕਰਕੇ ਸਾਹਮਣੇ ਆ ਰਹੀ ਆ। ਕਈ ਡਿਪਾਰਟਮੈਂਟ ਅਜਿਹੇ ਨੇ ਜਿੱਥੇ ਕਰਪਸ਼ਨ ਦਾ ਲੈਵਲ ਹੋ ਸਕਦਾ ਹੈ ਕਾਫੀ ਹਾਈ ਹੋਵੇ, पर क्योंकि पब्लिक का इंटरफेस नहीं है तो वो चीज़ बाहर नहीं आती। राइट। सो आप लोगों को या हमारे व्यूअर्स को कैसे बताएं, हेल्प करेंगे कि वो आपको कांटेक्ट कर सकें अगर वो भी किसी करप्टर के अगेंस्ट कंप्लेंट करना चाहते हैं? पहला तो देखो, मैं अपने जलंधर रेंज की ਜਾਂ ਜਿੱਥੇ ਵੀ ਸਾਡੀ ਆਵਾਜ਼ ਸੁਣ ਰਹੇ ਆ, ਸਾਨੂੰ ਦੇਖ ਰਹੇ ਆ, ਉਹਨਾਂ ਦੀ ਜਾਣਕਾਰੀ ਵਿੱਚ ਦੱਸ ਦਵਾਂ ਕਿ ਤੁਸੀਂ ਸਾਡੇ ਤਾਈਂ ਕਿਹਨਾਂ ਕੇਸਾਂ ਦੇ ਵਿੱਚ ਅਪਰੋਚ ਕਰ ਸਕਦੇ ਆ ਜੀ। ਨੰਬਰ 1 ਕਿ ਤੁਹਾਡੇ ਤੋਂ ਕੋਈ ਸਰਕਾਰੀ ਕਰਮਚਾਰੀ ਜਾਂ ਅਧਿਕਾਰੀ ਸਿੱਧੇ ਤੌਰ ਤੇ ਪੈਸੇ ਦੀ ਜਾਂ ਕਿਸੇ ਗਿਫਟ ਦੀ ਮੰਗ ਕਰਦਾ ਹੈ ਜੀ, ਕਿ ਸਰਕਾਰੀ ਕੰਮ ਕਰਨ ਦੇ ਬਦਲੇ ਉਹਨੂੰ ਇਸ ਦੇ ਇਵਜ਼ ਦੇ ਵਿੱਚ ਕੋਈ ਗਿਫਟ ਦਿੱਤਾ ਜਾਵੇ ਜਾਂ ਪੈਸੇ ਦਿੱਤੇ ਜਾਣ, ਔਰ ਉਹ ਸਰਕਾਰੀ ਕੰਮ ਤੁਹਾਡਾ ਪਬਲਿਕ ਦਾ ਉਹਦੇ ਪਾਸ ਪੈਂਡਿੰਗ ਹੈ, ਤੇ ਉਹ ਵਿਜੀਲੈਂਸ ਬਿਊਰੋ ਦੇ ਪਾਸ ਸਾਡੇ ਹਰੇਕ ਜ਼ਿਲ੍ਹੇ ਦੇ ਵਿੱਚ ਸਾਡਾ ਵਿਜੀਲੈਂਸ ਬਿਊਰੋ ਦਾ ਆਫਿਸ ਹੈਗਾ। ਵਿਜੀਲੈਂਸ ਬਿਊਰੋ ਦੇ ਜਿੱਥੇ ਡੀਐਸਪੀ ਜਾਂ ਐਸਪੀ ਰੈਂਕ ਦੇ ਅਧਿਕਾਰੀ ਜਿਹੜੇ ਸਾਡੇ ਹੈਗੇ ਉਹ ਤਾਇਨਾਤ ਆ, ਉੱਥੇ ਸਾਡੇ ਇਨਵੈਸਟੀਗੇਸ਼ਨ ਸਟਾਫ ਹੈ। ਮੇਰਾ ਆਫਿਸ ਜਿੱਦਾਂ ਰੇਂਜ ਦਾ ਹੈ, ਜਲੰਧਰ ਰੇਂਜ ਦਾ ਹੈਗਾ, ਤੇ ਮੇਰੇ ਆਫਿਸ ਵੀ ਆ ਸਕਦੇ ਆ। ਸਾਡੇ ਟੋਲ ਫ੍ਰੀ ਨੰਬਰ 1800 1800 1000 1800 1800 1000 ਤੇ ਕਾਲ ਕਰ ਸਕਦੇ ਆ। ਇਸ ਤੋਂ ਇਲਾਵਾ ਸਾਡੇ ਵਿਜੀਲੈਂਸ ਬਿਊਰੋ ਦੇ ਵੈਬ ਪੋਰਟਲਸ ਨੇ ਜਿੱਥੇ ਆਨਲਾਈਨ ਕੰਪਲੇਂਟਸ ਦਾਖਲ ਕੀਤੀ ਜਾ ਸਕਦੀ ਥਰੂ ਈਮੇਲ। ਹਾਂ, ਉਸ ਦੇ ਦੁਆਰਾ ਨਾ ਕਿ ਜੇਕਰ ਡਿਮਾਂਡ ਕੀਤੀ ਜਾਂਦੀ ਆ ਤੇ ਉਹ ਡਿਮਾਂਡ ਬਾਰੇ ਸਾਨੂੰ ਡਾਇਰੈਕਟਲੀ ਆ ਕੇ ਦੱਸ ਸਕਦਾ, ਤਾਂ ਕਿ ਉਸ ਵਿਅਕਤੀ ਨੂੰ ਅਸੀਂ ਰੰਗੇ ਹੱਥੀ, ਉਸ ਕਰਮਚਾਰੀ ਨੂੰ ਅਸੀਂ ਰੰਗੇ ਹੱਥੀ ਗ੍ਰਿਫਤਾਰ ਕਰ ਸਕੀਏ। ਦੂਸਰੀ ਹੈ ਕਿ ਜੇਕਰ ਕਿਸੇ ਮਹਿਕਮੇ ਦੇ ਵਿੱਚ ਆਪਣੇ ਅਧਿਕਾਰਾਂ ਦੀ ਦੁਰਵਰਤੋਂ ਕਰਦੇ ਹੋਏ ਕੋਈ ਸਰਕਾਰੀ ਕਰਮਚਾਰੀ ਜਾਂ ਅਧਿਕਾਰੀ ਕਿਸੇ ਇੱਕ ਵਿਅਕਤੀ ਨੂੰ ਜਾਂ ਕਿਸੇ ਸੰਗਠਨ ਵੱਲੋਂ ਕੋਈ ਆਰਗੇਨਾਈਜੇਸ਼ਨ ਨੂੰ ਉਹਨੂੰ ਕੋਈ ਵਿੱਤੀ ਲਾਭ ਦੇ ਰਿਹਾ ਔਰ ਸਰਕਾਰ ਨੂੰ ਔਰ ਪਬਲਿਕ ਨੂੰ ਨੁਕਸਾਨ ਹੋ ਰਿਹਾ, ਅਲਟੀਮੇਟਲੀ ਜਿਹੜੀ ਐਸੈਟ ਹੈ ਜਾਂ ਪੈਸਾ ਹੈ, ਸਰਕਾਰ ਦਾ ਹੀ ਪੈਸਾ, ਉਹ ਪਬਲਿਕ ਮਨੀ ਹੈ ਜੀ। ਜੇਕਰ ਉਹ ਇਸ ਤਰ੍ਹਾਂ ਕਰ ਰਿਹਾ ਤੇ ਉਹ ਸਾਨੂੰ ਜਿਹੜੀ ਹੈਗੀ ਆ ਉਹ ਸੂਚਨਾ ਦੇ ਸਕਦੇ ਆ, ਲਿਖਤੀ ਤੌਰ ਤੇ ਵੀ ਦੇ ਸਕਦੇ ਆ। ਇਹਦੇ ਬਾਰੇ ਗੁਪਤ ਸੂਚਨਾ ਦੀ ਪ੍ਰੋਵੀਜ਼ਨ ਹੈ। ਪਹਿਲੇ ਕੇਸ ਵਿੱਚ ਤੁਸੀਂ ਗੁਪਤ ਤਰੀਕੇ ਨਾਲ ਨਹੀਂ ਦੱਸ ਸਕਦੇ। ਜੇਕਰ ਦੇਖੋ ਤੁਹਾਨੂੰ ਕੋਈ ਸੇਕ ਲੱਗ ਰਿਹਾ ਜਾਂ ਤੁਹਾਨੂੰ ਕੋਈ ਨੁਕਸਾਨ ਹੋ ਰਿਹਾ, ਤੁਹਾਨੂੰ ਕੋਈ ਪੈਸੇ ਦੀ ਡਿਮਾਂਡ ਕੀਤੀ ਜਾ ਰਹੀ ਆ, ਤੇ ਤੁਹਾਨੂੰ ਉਹਦੇ 'ਚ ਉਸ ਕੇਸ ਦੇ ਵਿੱਚ ਕੰਪਲੇਨੈਂਟ ਬਣਨਾ ਪਏਗਾ। ਦੂਸਰੇ ਕੇਸ ਦੇ ਵਿੱਚ ਜਿਹੜਾ ਮੈਂ ਤੁਹਾਨੂੰ ਦੱਸ ਰਿਹਾ ਕਿ ਕੋਈ ਵਿਅਕਤੀ ਨੂੰ ਕਿਸੇ ਨੂੰ ਵਿੱਤੀ ਲਾਭ ਪਹੁੰਚਾ ਰਿਹਾ ਕੋਈ ਸਰਕਾਰੀ ਡਿਪਾਰਟਮੈਂਟ, ਤਾਂ ਉਹਦੀ ਸਾਨੂੰ ਗੁਪਤ ਤੇ ਵੀ ਕਰ ਸਕਦੇ, ਜ਼ਾਹਰਾ ਤੌਰ ਤੇ ਵੀ ਕਰ ਸਕਦੇ ਹਾਂ। ਤੀਜਾ ਹੈ ਕਿ ਜਿਸ ਤਰ੍ਹਾਂ ਪਹਿਲਾਂ ਵੀ ਆਪਾਂ ਗੱਲ ਕੀਤੀ ਕਿ ਕਈ ਡਿਪਾਰਟਮੈਂਟ ਅਜਿਹੇ ਨੇ ਜਿੱਥੇ ਹੋ ਸਕਦਾ ਕਿ ਕਰਪਸ਼ਨ ਬੜੀ ਗੁੱਝੀ ਕਰਪਸ਼ਨ ਹੋਵੇ, ਪਰ ਲੋਕਾਂ ਵਾਸਤੇ ਉਹ ਜਿਹੜੀ ਕਰਪਸ਼ਨ ਉਹ ਸਾਹਮਣੇ ਨਹੀਂ ਆਉਂਦੀ। ਉੱਥੇ ਜਿਹੜੇ ਅਧਿਕਾਰੀ ਤੈਨਾਤ ਹੁੰਦੇ ਨੇ, ਉੱਥੇ ਇਸ ਗੱਲ ਤੋਂ ਕਰਪਸ਼ਨ ਦਾ ਕੇਵਲ ਆਪਾਂ ਅੰਦਾਜ਼ਾ ਲਗਾ ਸਕਦੇ ਕਿ ਉਹਨਾਂ ਦੀ ਜਿਹੜੀ ਹੈਗੀ ਆ, ਉਹਨਾਂ ਦੇ ਐਸੈਟ ਹੈਗੇ ਆ, ਉਹਨਾਂ ਦੇ ਆਪਣੇ ਵਿੱਤੀ ਸਾਧਨਾਂ ਤੋਂ ਵੱਧ ਉਹਨਾਂ ਕੋਲ ਪ੍ਰੋਪਰਟੀ ਆ, ਡਿਸਪ੍ਰੋਪੋਰਸ਼ਨੇਟ ਐਸੈਟ ਹੈਗੇ ਉਹਨਾਂ ਕੋਲ। ਜੇਕਰ ਕਿਸੇ ਜਨਤਾ ਦੇ ਵਿਅਕਤੀ ਪਾਸ ਜਿਹੜੀ ਹੈਗੀ ਇਹ ਜਾਣਕਾਰੀ ਹੈ ਕਿ ਡਿਸਪ੍ਰੋਪੋਰਸ਼ਨੇਟ ਐਸੈਟ ਕਿਸੇ ਅਧਿਕਾਰੀ ਦੇ ਹੈਗੇ ਆ, ਔਰ ਉਹ ਜਾਣਦਾ ਹੈ ਕਿ ਉਸ ਅਧਿਕਾਰੀ ਪਾਸ ਚੱਲ ਜਾਂ ਅਚਲ ਪ੍ਰੋਪਰਟੀ ਇਹ ਫਲਾਂ ਜਗ੍ਹਾ ਪਈ ਆ, ਇਹ ਫਲਾਂ ਜਗ੍ਹਾ ਉਹਨੇ ਪੈਸੇ ਟ੍ਰਾਂਜ਼ਿਟ ਕੀਤੇ ਆ, ਜਾਂ ਉਹਨੂੰ ਫੋਰਨ ਵਿੱਚ ਇਨਵੈਸਟਮੈਂਟ ਕੀਤੀ ਹੋਈ ਆ, ਜਾਂ ਇਹ ਕਹਿ ਲਓ ਕਿ ਉਹਨੇ ਉਹਦੀ ਕੋਈ ਚੀਜ਼ ਪ੍ਰੋਪਰਟੀ ਜਿਵੇਂ ਕਿ ਸੋਨਾ ਹੀ ਖਰੀਦਿਆ ਹੋਇਆ, ਕੁਛ ਥੋੜ੍ਹੇ ਬਹੁਤੇ ਸਬੂਤ ਜਿੰਨੇ ਵੀ ਹੈਗੇ ਉਹ ਸਾਨੂੰ ਦੱਸ ਸਕਦਾ ਹੈਗਾ। ਅਸੀਂ ਆਪਣੇ ਤੌਰ ਤੇ ਵੀ ਅਸੀਂ ਖੁਫੀਆ ਵੀ ਪੜਤਾਲ ਕਰਦੇ ਹਾਂ ਆਪਣੇ ਤੌਰ ਤੇ, ਜਿਸ ਸੇ ਸਾਨੂੰ ਪਤਾ ਲੱਗਦਾ, ਪਰ ਲੋਕਾਂ ਦੇ ਸਹਿਯੋਗ ਨਾਲ ਅਸੀਂ ਹੋਰ ਬੈਟਰ ਕਰ ਸਕਦੇ ਹਾਂ। ਇਹ 3 ਜਾਂ 4 ਤਰ੍ਹਾਂ ਦੀਆਂ ਜਿਹੜੀਆਂ ਇਨਫੋਰਮੇਸ਼ਨ ਆ ਉਹ ਸਾਨੂੰ ਪਬਲਿਕ ਜਿਹੜੀ ਆ ਕੇ ਦੇ ਸਕਦੀ ਹੈ। ओके, और जाते जाते पब्लिक को अवेयर करने के लिए क्या मैसेज देना चाहेंगे? ਦੇਖੋ, ਪਬਲਿਕ ਲਈ ਤਾਂ ਇਹੀ ਮੈਸੇਜ ਆ ਕਿ ਇਹਦੇ ਵਿੱਚ ਦ੍ਰਿੜਤਾ ਨਾਲ ਖੜੇ ਹੋਣ ਦੀ ਲੋੜ ਆ, ਡਰਨ ਦੀ ਲੋੜ ਨਹੀਂ। ਵਿਜੀਲੈਂਸ ਬਿਊਰੋ ਤੁਹਾਡੇ ਆਪਣੇ ਵਾਸਤੇ ਆ, ਤੁਹਾਡੀ ਸਹੂਲਤ ਵਾਸਤੇ ਆ, ਭ੍ਰਿਸ਼ਟਾਚਾਰ ਮੁਕਤ ਕਰਨ ਵਾਸਤੇ ਹੈਗਾ। ਜੇਕਰ ਪਬਲਿਕ ਖੁਦ ਆਪ ਸਾਨੂੰ ਸ਼ਿਕਾਇਤ ਕਰੇਗੀ ਤੇ ਤਾਂ ਹੀ ਅਸੀਂ ਕੁਝ ਕਾਰਵਾਈ ਕਰ ਸਕਾਂਗੇ। ਤੇ ਪਬਲਿਕ ਨੂੰ ਇਸ 'ਚ ਮੈਂ ਸਮਝਦਾ ਕਿ ਥੋੜ੍ਹੇ ਜਿਹੇ
ਦ੍ਰਿੜਤਾ ਨਾਲ, ਥੋੜੇ ਜਿਹੇ ਹੌਸਲੇ ਨਾਲ ਆਉਣ ਦੀ ਲੋੜ ਹੈ। ਡਰਨ ਦੀ ਲੋੜ ਨਹੀਂ ਹੈ ਕਿ ਅਸੀਂ ਕੋਈ ਕਿਸੇ ਅਧਿਕਾਰੀ ਜਾਂ ਕਰਮਚਾਰੀ ਦੀ ਸ਼ਿਕਾਇਤ ਕਰਦੇ ਹਾਂ ਕਿ ਸ਼ਾਇਦ ਸਾਨੂੰ ਫਿਊਚਰ 'ਚੋਂ ਪਰੇਸ਼ਾਨ ਕਰੇਗਾ। ਇਸ ਤਰ੍ਹਾਂ ਦੀ ਗੱਲ ਨਹੀਂ ਹੈ। ਅਸੀਂ ਆਪਣੇ ਕੰਪਲੇਨੈਂਟ ਦੀ ਹਰ ਤਰ੍ਹਾਂ ਦੀ ਪੈਰਵਾਈ ਕਰਦੇ ਹਾਂ, ਚਾਹੇ ਕਿਸੇ ਵੀ ਡਿਪਾਰਟਮੈਂਟ 'ਚ ਉਹਦਾ ਕੰਮ ਹੋਵੇ ਜਾਇਜ਼ ਕੰਮ ਲਈ, ਜਾਂ ਉਹਦੀ ਪ੍ਰੋਟੈਕਸ਼ਨ ਕਰਨੀ ਆ, ਜਾਂ ਉਹਨੂੰ ਅਸੀਂ ਸੁਰੱਖਿਆ ਦੇਣੀ ਆ। ਇਹ ਸਾਰੇ ਤਰ੍ਹਾਂ ਦੀਆਂ ਕਾਰਵਾਈਆਂ ਕਰਦੇ ਹਾਂ। ਇਸ ਕਰਕੇ ਬਿਲਕੁਲ ਬੇਝਿਜਕ ਹੋ ਕੇ ਸਾਡੇ ਆਫਿਸਿਸ ਵਿੱਚ ਆਉਣ, ਔਰ ਜਿੱਥੇ ਕਿਤੇ ਵੀ ਤੁਹਾਨੂੰ ਲੱਗਦਾ ਕਿ ਕਰप्शन ਦੀ ਕੋਈ ਸ਼ਿਕਾਇਤ ਹੈ ਜ਼ਰੂਰ ਕਰਨ। जी, थैंक यू सो मच सर हमारे साथ जुड़ने के लिए। धन्यवाद। सो अगर आप लोग भी करप्शन का शिकार हो रहे हैं, आपकी भी ऐसी कोई कंप्लेंट है तो ज़रूर जाइए और कंप्लेंट कीजिए। मिलकर आइए पंजाब को और पूरे इंडिया को करप्शन फ्री प्लेस बनाते हैं। फॉर मोर वीडियोज़ कीप वॉचिंग ट्रू स्कूप।